श्री वाहिगुरु साहिब जी। हाँ जी ज्ञानी जी पाठ करो महाराज दा नाम। सवैया बाज गुण ग्यो मोह तन मैं गुण अफल भये सब ज्यो त्रिय बांझ काल खिमा बिन काल खिमा बिन बलि कृता तो उप प्रापत अब है न के सांझ। वाहिगुरु जी का खालसा ਵਾਹਿਗੁਰੂ ਜੀ ਕੀ ਫਤਿਹ। ਤੁਹਾਡੀ ਪੋਥੀ ਤੇ ਪਾਠ ਦੀ ਸੁਧਾਈ ਜ਼ਿਆਦਾ ਹੋਣ ਵਾਲੀ ਹੈ, ਸੋ ਇੱਧਰੋਂ ਦਾਸ ਵੀ ਦੱਸੀ ਜਾਏਗਾ ਤੇ ਤੁਸੀਂ ਮਹਾਰਾਜ ਦਾ ਨਾਮ ਲੈ ਕੇ ਆਪਾਂ ਪਿਛਲੇ ਅਧਿਆਏ ਵਿੱਚ ਪਿਛਲੇ ਪ੍ਰਕਰਣ ਵਿੱਚ ਤੀਜੇ ਅਧਿਆਏ ਦੇ 8 ਛੰਦ ਪੂਰੇ ਕੀਤੇ ਸੀਗੇ। ਤੀਜੇ ਅਧਿਆਏ ਦਾ 9ਵਾਂ ਛੰਦ ਜਿਹੜਾ ਹੈ ਉਹਨੂੰ ਆਪਾਂ ਸਵਈਏ ਨੂੰ ਸ਼ੁਰੂ ਕਰ ਰਹੇ ਹਾਂ। ਤੋ ਵਿਰਾਗ ਸ਼ਤਕ ਵਿੱਚ ਭਰਤਰੀ ਜੀ ਮਹਾਰਾਜ ਇਹਦੇ ਵਿੱਚ ਦੱਸ ਰਹੇ ਨੇ ਵੀ ਮੇਰੇ ਜਿਹੜੇ ਗੁਣ ਸੀਗੇ ਨਾ ਉਹ ਪਰਮਾਤਮਾ ਤੋਂ ਬਿਨਾਂ ਸਾਰੇ ਨਿਸਫਲ ਹੋ ਗਏ। ਸੋ ਆਓ ਪ੍ਰੇਮ ਨਾਲ ਸਰਵਣ ਕਰੀਏ। ਬਾਜ ਗੁਣ ਗਿਓ ਮੋਹ ਤਨ ਮੈਂ ਗੁਣ ਬਾਜ ਗੁਣ ਗਿੰ ਮੋਹ ਤਨ ਮੋਹ ਗੁਣ ਅਫਲ ਪਏ ਸਭ ਹੀ ਪਏ ਸਭ ਜਿਉ ਤ੍ਰੈ ਬਾਂਝ। ਬਾਜ ਗੁਣ ਗਿੰ ਮੋਹ ਤਨ ਮੋਹ ਗੁਣ ਅਫਲ ਪਏ ਸਭ ਜਿਉ ਤ੍ਰੈ ਬਾਂਝ। ਇਸ ਤਰ੍ਹਾਂ ਇਹਦਾ ਵਿਸਰਾਮ ਲਾਣਾ। ਬਾਜ ਗੁਣ ਗਿੰ ਮਨੇ ਪਰਮਾਤਮਾ ਜੋ ਗੁਣਾਂ ਦਾ ਗਿਆਤਾ ਹੈ। 3 ਗੁਣ ਨੇ ਮਾਇਆ ਦੇ ਸਤੋ ਰਜੋ ਤਮੋ, ਤਿੰਨਾਂ ਨੂੰ ਜੋ ਜਾਣਨ ਵਾਲਾ ਹੈ ਉਹ ਪਰਮਾਤਮਾ ਗੁਣਾਂ ਦਾ ਗਿਆਤਾ ਹੈ। ਉਹਨੂੰ ਜਾਣੇ ਤੋਂ ਬਿਨਾਂ ਪਰਮਾਤਮਾ ਨੂੰ ਜਾਣੇ ਤੋਂ ਬਿਨਾਂ ਜਿੰਨੇ ਵੀ ਗੁਣ ਸਨ ਮੋਹ ਤਨ ਮੋਹ ਮੇਰੇ ਤਨ ਦੇ ਵਿੱਚ ਗੁਣ ਅਫਲ ਪਏ ਸਭ ਸਾਰੇ ਹੀ ਗੁਣ ਨਿਸਫਲ ਹੋ ਗਏ। ਜਿਉਂ ਤ੍ਰਿਆ ਬਾਂਝ ਜਿਵੇਂ ਬਾਂਝ ਇਸਤਰੀ ਦਾ ਜੀਵਨ ਉਹ ਨਿਸਫਲ ਹੁੰਦਾ ਹੈ, ਅਸਫਲ ਹੁੰਦਾ। ਕਿਉਂ? ਉਹਦੇ ਬੱਚਾ ਨਹੀਂ ਹੁੰਦਾ। ਸੁੰਦਰਤਾ ਵੀ ਹੁੰਦੀ ਹੈ, ਜਵਾਨੀ ਵੀ ਹੁੰਦੀ, ਸਾਰਾ ਕੁਝ ਹੁੰਦਾ, ਪਰ ਉਹਦੇ ਕੋਲ ਸੰਤਾਨ ਨਹੀਂ ਹੁੰਦੀ। ਇੱਦਾਂ ਪਰਮਾਤਮਾ ਨੂੰ ਜਾਣਨ ਤੋਂ ਬਿਨਾਂ ਜਿੰਨਾ ਚਿਰ ਆਤਮ ਤੱਤ ਨੂੰ ਨਹੀਂ ਜਾਣਦੇ ਅਸੀਂ ਜਿੰਨੇ ਵੀ ਦਾਨ ਪੁੰਨ ਜਪ ਤਪ ਵਰਤ ਪੂਜਾ ਨੇਮ ਤੀਰਥ ਯਾਤਰਾ ਜੇ ਉਹ ਕਰਦੇ ਹਾਂ ਉਹ ਸ਼ੁਭ ਗੁਣ ਵੀ ਜਿੰਨਾ ਚਿਰ ਪਰਮ ਤੱਤ ਤੱਕ ਨਹੀਂ ਪਹੁੰਚਦੇ, ਪਰਮਾਤਮਾ ਨੂੰ ਪਰਮ ਤੱਤ ਨੂੰ ਨਹੀਂ ਜਾਣਦੇ, ਉਹਦੇ ਨਾਲ ਅਭੇਦ ਨਹੀਂ ਹੁੰਦੇ। ਮੇਰੇ ਕੀਤੇ ਹੋਏ ਸਾਰੇ ਹੀ ਕਰਮ ਜਿਹੜੇ ਨੇ ਜੋ ਵੀ ਮੈਂ ਕਰ ਰਿਹਾ ਧਰਮ ਕਰਮ ਉਹ ਨਿਸਫਲ ਚਲੇ ਜਾਂਦੇ ਆ, ਉਹ ਅਸਫਲ ਹੋ ਜਾਂਦੇ। ਜਿਵੇਂ ਇੱਕ ਇਸਤਰੀ ਦਾ ਰੂਪ ਰੰਗ ਸਭ ਕੁਝ ਹੋਵੇ ਪਰ ਬੱਚਾ ਨਾ ਹੋਵੇ ਤੇ ਉਹਦਾ ਸਾਰਾ ਕੁਝ ਨਿਸਫਲ ਚਲਾ ਜਾਂਦਾ। ਇਸੇ ਤਰ੍ਹਾਂ ਫਲ ਤੋਂ ਹੀਣੀ ਮੈਂ ਜੀਵ ਰੂਪੀ ਇਸਤਰੀ ਕਹਿ ਲਓ, ਜੀਵ ਆਤਮਾ ਕਹਿ ਲਓ, ਜਿੰਨਾ ਚਿਰ ਪਰਮਾਤਮਾ ਨਾਲ ਨਹੀਂ ਮਿਲੀ ਮੇਰੇ ਸਾਰੇ ਗੁਣ ਨਿਸਫਲ ਹੋ ਗਏ ਨੇ। ਕਾਲ ਖਿਮਾ ਬਿਨ ਬਲੀ ਕ੍ਰਿਤਾਂ ਤੋ ਕਹਿੰਦੇ ਜੇ ਕੋਈ ਕਵੇ ਵੀ ਅਜੇ ਤੇ ਬੜਾ ਟਾਈਮ ਪਿਆ, ਆਪਾਂ ਅਜੇ ਠਹਿਰ ਕੇ ਗੁਣਾਂ ਦਾ ਲਾਭ ਲੈ ਲਵਾਂਗੇ, ਪਰਮਾਤਮਾ ਨੂੰ ਮਿਲ ਲਵਾਂਗੇ, ਤੇ ਉਹ ਕਹਿੰਦੇ ਵੀ ਜਿਹੜਾ ਕਾਲ ਹੈ ਟਾਈਮ ਹੈ ਉਹ ਖਿਮਾ ਬਿਨ ਉਹ ਕਿਸੇ ਨੂੰ ਮਾਫ ਨਹੀਂ ਕਰਦਾ, ਕਿਸੇ ਨੂੰ ਖਿਮਾ ਨਹੀਂ ਕਰਦਾ। ਬਲੀ ਹੈ ਬਹੁਤ ਜ਼ਿਆਦਾ। ਕਿਰਤਾਂਤ ਕਹਿੰਦੇ ਕੀਤੇ ਹੋਏ ਦਾ ਅੰਤ ਕਰਨ ਵਾਲੇ ਨੂੰ ਕਿਰਤਾਂਤ ਕਹਿੰਦੇ ਨੇ। ਜੋ ਬਣੀ ਹੋਈ ਚੀਜ਼ ਹੈ ਕਿਰਤ ਸੰਸਾਰ, ਜਿਹੜਾ ਇਹ ਬਣੇ ਹੋਏ ਸੰਸਾਰ ਦਾ ਨਾਸ ਕਰਦਾ, ਕੀੜੀ ਤੋਂ ਲੈ ਕੇ ਬ੍ਰਹਮਾ ਤੱਕ ਦਾ ਜੋ ਨਾਸ ਕਰ ਦਿੰਦਾ ਉਹ ਕਾਲ ਬਲੀ ਹੈ। ਤੇ ਉਹਦੇ ਜਿਹੜੇ ਜਮਦੂਤ ਨੇ, ਜਮਰਾਜ ਹੈ, ਧਰਮਰਾਜ ਹੈ, ਮੌਤ ਹੈ। ਕਿਰਤਾਂਤ ਦਾ ਅਰਥ ਤੁਸੀਂ ਮੌਤ ਵੀ ਕਰ ਸਕਦੇ ਹੋ, ਕਿਉਂਕਿ ਮੌਤ ਜਿਹੜੀ ਹੈ ਸਾਰੇ ਕੀਤੀ ਹੋਈ ਪਸਾਰੇ ਨੂੰ ਨਾਸ ਕਰ ਦਿੰਦੀ, ਸਾਰੇ ਜੀਵਾਂ ਨੂੰ ਨਾਸ ਕਰ ਦਿੰਦੀ ਹੈ। ਸੋ ਜਿਹੜੇ ਮੌਤ ਜਾਂ ਉਹਦੇ ਜਮਦੂਤ ਨੇ ਉਹ ਬੜੇ ਬਲੀ ਨੇ। ਕਾਲ ਜਿਹੜਾ ਉਹ ਬੜਾ ਖਿਮਾ ਤੋਂ ਰਹਿਤ ਹੈ, ਕਿਸੇ ਦੇ ਤਰਸ ਇਹ ਵੀ ਨਹੀਂ ਦੇਖਦਾ ਵੀ ਬੱਚਾ ਬੁੱਢਾ ਜਵਾਨ ਬਾਰੇ ਬੂਢੇ ਤਰਨੇ ਭਈਆ ਸਭ ਨੂੰ ਜੰਮ ਲੈ ਜਾਈ ਹਾਰੇ, ਉਹ ਸਾਰਿਆਂ ਨੂੰ ਲੈ ਜਾਂਦਾ, ਖਿਮਾ ਨਹੀਂ ਕਰਦਾ। ਉਪ ਪ੍ਰਾਪਤ ਕਹਿੰਦੇ ਉਪ ਕਹਿੰਦੇ ਨੇੜੇ, ਕਹਿੰਦੇ ਨੇੜੇ ਹੀ ਖੜਾ ਹੈ। ਉਪ ਪ੍ਰਾਪਤ ਵੀ ਦੂਰੋਂ ਨਹੀਂ ਆਉਣਾ, ਉਹਨੇ ਬਿਲਕੁਲ ਸਿਰ ਦੇ ਉੱਤੇ ਖੜਾ ਹੈ। ਮਹਾਰਾਜ ਕਹਿੰਦੇ ਨਾ ਵੀ ਮੇਰੇ ਸਿਰ ਦੇ ਮਮ ਸਰ ਮੂਏ ਅਜ਼ਰਾਇਲ ਗ੍ਰਿਫਤੈ ਦਿਲ ਹੇਚ ਨਾ ਦਾਨੀ। ਮੂਏ ਕੇਸਾਂ ਨੂੰ ਮੇਰੇ ਸਿਰ ਦੇ ਕੇਸ ਅਜ਼ਰਾਇਲ ਮੌਤ ਦੇ ਫਰਿਸ਼ਤੇ ਨੇ ਪੜੇ ਹੋਏ ਨੇ। ਜਦੋਂ ਮਰਜੀ ਸਭੰ ਸੀਸ ਕੇ ਸੰਗ ਸ੍ਰੀ ਕਾਲ ਨਾਚੈ, ਸਾਰਿਆਂ ਦੇ ਸਿਰ ਦੇ ਨਾਲ ਹੀ ਖੜਾ। ਅਬ ਪ੍ਰਾਪਤ ਕਹਿੰਦੇ ਉਪ ਪ੍ਰਾਪਤ ਭਾਵ ਨੇੜੇ ਹੀ ਖੜਾ ਹੈ। ਤੇ ਅਬ ਹਨੇ ਕੇ ਸਾਂਝ ਹੁਣ ਮਾਰਦਾ ਕਿ ਸ਼ਾਮ ਨੂੰ ਮਾਰਦਾ।
ਸਵੇਰ ਨੂੰ ਮਾਰਦਾ, ਕੋਈ ਪਤਾ ਨਹੀਂ ਅਗਲਾ ਸਾਹ ਆਣਾ ਕਿ ਨਹੀਂ ਆਣਾ। ਹਮ ਆਦਮੀ ਹਾਂ ਇੱਕਦਮੀ। ਹਾਂਜੀ। ਸਹਸਾ ਯੁਕਤ ਮੁਕਤ ਹਿਤ ਕੋ ਸਭ ਜਾ ਕਰ ਮਨ ਕੋ ਸਹਸਾ ਜਾਏ। ਕਹਿੰਦੇ ਸਹਿਸਾ ਇਹ ਕੀਤਾ ਹੈ ਵੀ ਮੁਕਤੀ ਨੂੰ ਪਾਉਣ ਵਾਸਤੇ ਕਿਹੜੀ ਜੁਗਤੀ ਕਰੀਏ, ਮੁਕਤ ਵਾਸਤੇ ਜੁਗਤੀ ਕਿਹੜੀ ਕਰੀਏ, ਮੁਕਤ ਹਿਤ ਕੋ ਯੁਗਤ, ਕਿਹੜੀ ਜੁਗਤੀ ਕਰੀਏ, ਅਨਵੈ ਕਰਕੇ ਅਰਥ ਲਾਣਾ, ਕਿਹੜੇ ਤਰੀਕੇ ਨਾਲ ਮੁਕਤੀ ਮਿਲੇਗੀ। ਕਹਿੰਦੇ ਜਾਂ ਕਰ ਮਨ ਕੋ ਸਹਿਸਾ ਜਾਏ, ਜਿਹੜੀ ਜੁਗਤੀ ਕਰਕੇ ਮਨ ਦਾ ਸੰਸਾ ਮਿਟ ਜਾਵੇ। ਮਨ, ਕਿਉਂਕਿ ਸੰਸਾ ਹੀ ਜਨਮ ਮਰਨ ਦਾ ਕਾਰਨ ਹੈ। ਸੰਸਾ ਇਹ ਸੰਸਾਰ ਹੈ, ਜਨਮ ਮਰਨ ਵਿੱਚ ਦੁੱਖ ਸੁਭਾਇਆ। ਸੰਸ਼ੇ ਦੀ ਨਿਰਵਿਰਤੀ ਕਿਵੇਂ ਹੋਵੇ, ਭਰਮ ਦੀ ਨਿਰਵਿਰਤੀ ਕਿਵੇਂ ਹੋਵੇ, ਇਹੀ ਮਨ 'ਚ ਸਹਿਸਾ ਹੈ। ਹਾਂਜੀ। ਹਰ ਕੇ ਪਾਏ ਕਾਂਜ ਜੁਗ ਹਰ ਕੇ ਅਵਰ ਸ਼੍ਰੇय ਕੋ ਨਾ ਉਪਾਏ। ਕਹਿੰਦੇ ਹਰ ਕੇ ਪਾਏ ਕੰਜ ਜੁਗ, ਹਰ ਮੈਨੇ ਸ਼ਿਵ ਜੀ ਮਹਾਰਾਜ, ਭਗਵਾਨ, ਅਕਾਲ ਪੁਰਖ, ਵਾਹਿਗੁਰੂ, ਨਿਰੰਕਾਰ। ਕਹਿੰਦੇ ਜਿਹੜੇ ਉਸ ਹਰੀ ਦੇ ਪਾਏ ਪੈਰ, ਕੰਜ ਮੈਨੇ ਕਮਲ ਵਰਗੇ, ਜੁਗ ਮੈਨੇ ਦੋ। ਕਹਿੰਦੇ ਜਿਹੜੇ ਹਰੀ ਦੇ ਹਰ ਕੇ ਪਾਏ, ਹਰੀ ਦੇ ਚਰਨ ਕਮਲ ਦੋ ਹਨ, ਦੋ ਚਰਨ ਕਮਲ ਹਨ। ਹਰ ਕੇ, ਉਹਨਾਂ ਨੂੰ ਤਿਆਗ ਕੇ, ਹਰ ਕੇ ਦਾ ਦੂਜਾ ਅਰਥ ਹੁੰਦਾ ਤਿਆਗ ਕੇ। ਕਹਿੰਦੇ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਨੂੰ ਛੱਡ ਕੇ, ਅਵਰ ਸ਼੍ਰੇय ਕੋ ਕੌਣ ਉਪਾਏ, ਮੁਕਤੀ ਦਾ ਹੋਰ ਕਿਹੜਾ ਉਪਾਅ ਹੈ। ਭਾਵ ਮੁਕਤੀ ਦਾ ਹੋਰ ਕੋਈ ਤਰੀਕਾ ਨਹੀਂਗਾ, ਇੱਕੋ ਹੀ ਤਰੀਕਾ ਵੀ ਅਕਾਲ ਪੁਰਖ ਦੀ ਸ਼ਰਨ ਪੈ ਜਾਓ, ਬਸ ਉਹਦੇ ਅੱਗੇ ਸਰੈਂਡਰ ਕਰ ਦਿਓ, ਉਹਦੇ ਚਰਨ ਫੜ ਲਓ, ਇਹੀ ਮੁਕਤੀ ਦਾ ਤਰੀਕਾ ਹੈ। ਕਬਿਤ ਜਾ ਕੇ ਬਾਮੇ ਦਾਹਨੇ ਸੁਮੰਤ ਚੱਕਰ ਹੋਤੇ ਅਗਰ। ਇੱਥੇ ਦੱਸਿਆ ਵੀ ਜਿਨ੍ਹਾਂ ਰਾਜਿਆਂ ਮਹਾਰਾਜਿਆਂ ਦੇ ਬਾਮੇ ਦਾਹਨੇ, ਬਾਮ ਦਾਹਨੇ ਦਾ ਅਰਥ ਹੁੰਦਾ ਸੱਜੇ ਖੱਬੇ, ਬਾਮੇ ਹੁੰਦਾ ਖੱਬੇ, ਦਾਹਨੇ ਮੈਨੇ ਸੱਜੇ, ਜਿਨ੍ਹਾਂ ਦੇ ਸੱਜੇ ਖੱਬੇ ਸਮੰਤ ਚੱਕਰ ਹੋਤੇ ਅਗਰ। ਕਹਿੰਦੇ ਬਹੁਤ ਸਾਰੇ ਸਮੰਤ, ਸਮੰਤ ਕਹਿੰਦੇ ਮੰਤਰੀ, ਮੰਤਰ ਦੇਣ ਵਾਲੇ, ਸਾਮੰਤ, ਜਿਹੜੇ ਚੰਗਾ ਮੰਤਰ ਸਲਾਹ ਦਿੰਦੇ ਆ, ਉਹ ਸਲਾਹਕਾਰ ਸੀਗੇ। ਤੇ ਚੱਕਰ ਮੈਨੇ ਬਹੁਤ ਸਾਰੇ, ਹੋਤੇ ਅਗਰ ਅੱਗੇ ਹੁੰਦੇ ਸੀਗੇ, ਉਹਨਾਂ ਦੇ ਅੱਗੇ ਹੱਥ ਜੋੜੇ ਖੜੇ ਹੁੰਦੇ ਸੀ ਮੰਤਰੀ। ਜਿਵੇਂ ਅਕਬਰ ਬਾਦਸ਼ਾਹ ਨੇ 9 ਰਤਨ ਰੱਖੇ ਸੀ, ਬੀਰਬਲ ਤੇ ਤਾਨਸੈਨ, ਇਸੇ ਤਰ੍ਹਾਂ ਹੋਰ ਵੀ ਬੜੇ ਬੜੇ, ਮੀਆਂ ਦੋ ਪਿਆਜਾ, ਤੇ ਇੱਦਾਂ ਦੇ ਕਈ ਬੰਦੇ ਸੀਗੇ। ਉਹ ਕਹਿੰਦੇ ਜਿਨ੍ਹਾਂ ਦੇ ਅੱਗੇ ਬੜੇ ਬੜੇ ਰਾਜੇ ਮਹਾਰਾਜਿਆਂ ਦੇ ਵਰਗ ਮੰਤਰੀ ਰਹਿੰਦੇ ਸੀਗੇ। ਹਾਂਜੀ। ਰਾਜਨ ਕੀ ਸਭਾ ਥੀ ਮੈਂ ਅੰਕ ਮੁਖੀ ਨਾਰੀਆਂ। ਉਹਨਾਂ ਦੇ ਅੱਗੇ ਰਾਜਿਆਂ ਦੀ ਸਭਾ ਲੱਗਦੀ ਸੀ, ਉਹ ਐਡੇ ਐਡੇ ਬਾਦਸ਼ਾਹ ਸੀ, ਉਹਨਾਂ ਦੇ ਅੱਗੇ ਰਾਜੇ ਵੀ ਆ ਕੇ ਸਭਾ ਲਾਉਂਦੇ ਸੀ, ਰਾਜੇ ਹੱਥ ਜੋ ਖੜੇ ਹੁੰਦੇ ਸੀਗੇ। ਤੇ ਮਯੰਕ ਮੁਖੀ ਨਾਰੀਆਂ, ਮਯੰਕ ਕਹਿੰਦੇ ਨੇ ਚੰਦਰਮਾ, ਚੰਦਰਮਾ ਦੇ ਰੰਗ ਰੂਪ ਵਾਲੀਆਂ ਸੁੰਦਰ ਇਸਤਰੀਆਂ, ਚੰਦਰਮੁਖੀ ਉਹਨਾਂ ਦੇ ਕੋਲ ਇਸਤਰੀਆਂ ਸੀਗੀਆਂ, ਪਦਮਨੀਆਂ ਸੀ ਉਹਨਾਂ ਦੇ ਕੋਲ। ਹਾਂਜੀ। ਭੂਪਨ ਕੇ ਪੁੱਤਰ ਥੇ ਵਚਿੱਤਰ ਵੀਰ ਅਹੰਕਾਰੀ। ਭੂਪਨ ਕੇ ਪੁੱਤਰ ਥੇ, ਉਹ ਰਾਜਿਆਂ ਦੇ ਪੁੱਤਰ ਸੀਗੇ। ਤੇ ਵਚਿੱਤਰ ਵੀਰ ਅਹੰਕਾਰੀ, ਬੜੇ ਵਿਚਿੱਤਰ ਜੰਗ ਕਰਨ ਵਾਲੇ ਸੂਰਮੇ ਵੀ ਸੀ, ਬਹਾਦਰ ਵੀ ਸੀ। ਤੇ ਉਹਨਾਂ ਨੂੰ ਆਪਣੀ ਸ਼ਸਤਰ ਵਿਦਿਆ ਦਾ, ਆਪਣੀ ਤਾਕਤ ਦਾ, ਆਪਣੇ ਪੈਸੇ ਦਾ, ਆਪਣੀਆਂ ਫੌਜਾਂ ਦਾ ਮਾਣ ਵੀ ਸੀ, ਹੰਕਾਰ ਵੀ ਸੀ। ਬ੍ਰਿੰਦ ਬੰਦੀ ਜਨ ਹੋਤੇ ਵੰਸ਼ ਕੇ ਉਚਾਰੀਆ। ਤੇ ਬ੍ਰਿੰਦ ਬਹੁਤ ਸਾਰੇ ਬੰਦੀ ਜਨ, ਭੱਟ ਕਵਿਤਾ ਨੂੰ ਗਾਉਣ ਵਾਲੇ, ਉਹਨਾਂ ਦੇ ਸਾਹਮਣੇ ਉਹਨਾਂ ਦੇ ਕਵਿਤ ਗਾਉਂਦੇ ਸੀ, ਉਹਨਾਂ ਦੇ ਵੰਸ਼ ਦੀਆਂ ਉਪਮਾ ਕਰਦੇ ਸੀ। ਭੱਟ ਉਹਨਾਂ ਦੇ ਸਵਈਏ ਪੜ੍ਹਦੇ ਸੀ, ਛੰਦ ਪੜ੍ਹਦੇ ਸੀ। ਹਾਂਜੀ। ਅਹੋ ਭਾਈ ਭਾਰੋ ਕਸ਼ਟ ਭਾਰੀ ਪੂਤ ਭਏ ਨਸ਼ਟ। ਅਹੋ ਭਾਈ ਭਾਰੋ ਕਸ਼ਟ, ਹੇ ਭਾਈ ਬੜੇ ਦੁੱਖ ਦੀ ਗੱਲ ਹੈ, ਬੜੇ ਭਾਰੀ ਕਸ਼ਟ ਵਾਲੀ ਗੱਲ ਹੈ। ਭਾਰੀ ਭੂਪ ਭਏ ਨਸ਼ਟ, ਬੜੇ ਬੜੇ ਵੱਡੇ ਰਾਜੇ, ਭੂਪ ਕਹਿੰਦੇ ਧਰਤੀ ਦੇ ਪਤੀ, ਭੂਪ ਮੈਨੇ ਧਰਤੀ, ਪ ਮੈਨੇ ਪਤੀ, ਜਿਹੜੇ ਧਰਤੀ ਦੇ ਪਤੀ ਭੂਪ ਰਾਜੇ ਸੀਗੇ ਉਹ ਵੀ ਨਸ਼ਟ ਹੋ ਗਏ, ਖਤਮ ਹੋ ਗਏ। ਸਿਮਰਤ ਪਦੇ ਪ੍ਰਵਿਸ਼ਟ ਜਾ ਕੀ ਕਥਾ ਭਾਰੀਆਂ। ਜਿਨ੍ਹਾਂ ਦੀ ਕਥਾ ਪੁਰਾਣਾਂ ਵਿੱਚ ਲਿਖੀ ਹੋਈ ਹੈ, ਸਿਮਰਤੀਆਂ 'ਚ ਲਿਖੀ ਹੋਈ ਹੈ, ਪਦੇ ਪ੍ਰਵਿਸ਼ਟ ਛੰਦਾਂ ਵਿੱਚ ਲਿਖੀ ਹੋਈ ਹੈ। ਅੱਜ ਲੱਖਾਂ ਸਾਲ ਹੋ ਗਏ ਉਹਨਾਂ ਨੂੰ ਮਰਿਆਂ ਖੱਪਿਆਂ ਨੂੰ। ਉਹਨਾਂ ਦਾ ਇਤਿਹਾਸ ਜੇ 18 ਪੁਰਾਣਾਂ 'ਚ ਪੜ੍ਹ ਲਓ, ਹੋਰ ਗ੍ਰੰਥਾਂ 'ਚ ਪੜ੍ਹ ਲਓ, ਉੱਥੇ ਮਿਲਦਾ ਵੀ ਐਡੇ ਐਡੇ ਰਾਜੇ ਮਹਾਰਾਜੇ ਹੋਏ ਨੇ, ਪਰ ਉਹਨਾਂ ਦੀ ਹੋਰ ਕੋਈ ਨਿਸ਼ਾਨੀ ਨਹੀਂ, ਸਿਰਫ ਇਤਿਹਾਸ ਵਿੱਚ ਹੀ ਕਿਤੇ ਕਿਤੇ ਨਾਮ ਮਿਲਦਾ ਉਹਨਾਂ ਦਾ। ਹਾਂਜੀ। ਹਿੰਸਕ ਪ੍ਰਪੰਚ ਸੋ ਬਰੰਚ ਕੋ ਅਸੰਗ ਪੁਨਾ। ਹਿੰਸਕ ਪ੍ਰਪੰਚ ਸਾ ਬਰੰਚ ਕੋ ਅਸੰਗ ਪੁਨਾ, ਤਾਹੇ ਕਾਲ ਵੀਰ ਕੋ ਜੁਹਾਰ ਬਾਰ ਬਾਰੀਆਂ। ਕਹਿੰਦੇ ਜਿਹੜਾ ਹਿੰਸਕ ਮੈਨੇ ਨਾਸ ਕਰਨ ਵਾਲਾ, ਹਿੰਸਾ ਕਰਨ ਵਾਲਾ, ਕਤਲ ਕਰਨ ਵਾਲਾ,
ਕਹਿੰਦੇ ਸਾਰੇ ਪ੍ਰਪੰਚ ਨੂੰ ਨਾਸ ਕਰਨ ਵਾਲਾ ਕਾਲ ਜਿਹੜਾ ਨਾ, ਕਾਲ ਸਾਰਿਆਂ ਨੂੰ ਨਾਸ ਕਰਨ ਵਾਲਾ। ਕਹਿੰਦੇ ਕਿਹਨਾਂ ਕਿਹਨਾਂ ਨੂੰ? ਸਾਬ ਰੰਚਕੋ ਸਮੇਤ ਬ੍ਰਹਮਾ ਦੇ, ਕੀੜੀ ਤੋਂ ਲੈ ਕੇ ਬ੍ਰਹਮਾ ਤੱਕ ਜਿੰਨੀ ਸ੍ਰਿਸ਼ਟੀ ਸਾਰਿਆਂ ਨੂੰ ਕਾਲ ਨੇ ਮਾਰ ਦੇਣਾ। ਕਾਲ ਪਾਏ ਬ੍ਰਹਮਾ ਬੱਪ ਤਰਾ, ਮਹਾਰਾਜ ਨੇ ਬਾਣੀ 'ਚ ਲਿਖਿਆ ਨੇ, ਕਾਲ ਬ੍ਰਹਮਾ ਨੂੰ ਵੀ ਖਾ ਜਾਂਦਾ। शिव विष्णु काल पाए शिवजी अवतारा, काल पाए कर विष्णु प्रकाशा, सकल काल का किया तमाशा। ਇਹ ਜਿੰਨੇ ਵੱਡੀਆਂ ਵੱਡੀਆਂ ਸ਼ਕਤੀਆਂ ਨੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ, ਉਹਨਾਂ ਨੂੰ ਵੀ ਕਾਲ ਖਾ ਜਾਂਦਾ। ਹਿੰਸਕ ਪ੍ਰਪੰਚ ਸਾ ਬ੍ਰੰਚ ਕੋ, ਸਾ ਮੈਨੇ ਸਮੇਤ ਬ੍ਰਹਮਾ ਦੇ, ਬ੍ਰੰਚ ਮੈਨੇ ਬ੍ਰਹਮਾ। ਅਸੰਗ ਪੁਨਾ, ਤੇ ਕਹਿੰਦੇ ਸਾਰਿਆਂ ਨੂੰ ਖਾ ਕੇ ਵੀ ਅਸੰਗ ਰਹਿੰਦਾ, ਪਾਪ ਨਿਰਲੇਪ ਹੈ, ਉਹਨੂੰ ਕੋਈ ਲੇਪ ਨਹੀਂ ਲੱਗਦਾ, ਉਹਨੂੰ ਕੋਈ ਪਾਪ ਨਹੀਂ ਲੱਗਦਾ ਵੀ ਇਹਨਾਂ ਨੂੰ ਮਾਰ ਦਿੰਦਾ, ਸਾਰੀ ਦੁਨੀਆ ਨੂੰ ਖਾ ਜਾਂਦਾ। ਤੇ ਇੱਕ ਕੀੜੀ ਮਾਰੀ ਉਹਦਾ ਪਾਪ ਲੱਗਦਾ, ਉਹ ਸਾਰੀ ਦੁਨੀਆ ਨੂੰ ਮਾਰਦਾ ਕਾਲ, ਉਹਨੂੰ ਕੋਈ ਪਾਪ ਨਹੀਂ। ਤਾਹੇ ਕਾਲ ਵੀਰ ਕੋ ਜੁਹਾਰ ਬਾਰ ਬਾਰੀਆਂ, ਉਸ ਕਾਲ ਵੀਰ ਨੂੰ ਬਲੀ ਨੂੰ ਬਾਰ-ਬਾਰ ਸਲਾਮ ਹੈ, ਨਮਸਕਾਰ ਹੈ, ਮੱਥਾ ਟੇਕਦੇ। ਸੋਰਠਾ ਅਹੋ ਭਰਾਤ ਅਤ ਕਸ਼ਟ, ਜਾਸ ਕਾਲ ਕੇ ਵਸ ਪਏ। ਇਹ ਭਰਾ ਬੜਾ ਅਫਸੋਸ ਹੈ, ਅਹੋ ਭਰਾਤ ਅਤ ਕਸ਼ਟ, ਬਹੁਤ ਕਸ਼ਟ ਵਾਲੀ ਦੁੱਖ ਦੀ ਗੱਲ ਹੈ ਕਿ ਜਿਸ ਕਾਲ ਦੇ ਵਸ ਪਿਆ, ਜਿਸ ਕਾਲ ਦੇ ਵਸ ਪੈ ਕੇ, ਹਾਂਜੀ, ਭਏ ਪ੍ਰਕਾਰ ਸਭ ਨਸ਼ਟ, ਗਏ ਸਿਮਰਤ ਪਥ ਤੇ ਨਮੋ। ਨਹੀਂ, ਭਏ ਪ੍ਰਾਕ ਸਭ ਨਸ਼ਟ, ਜਿਸ ਕਾਲ ਦੇ ਵਸ ਪੈ ਗਏ, ਅੱਜ ਤੋਂ ਪਹਿਲੇ ਹੋ ਚੁੱਕੇ ਸਾਰੇ ਮਰ ਗਏ। ਪ੍ਰਾਕ ਮੈਨੇ ਪਹਿਲੇ, ਭਏ ਪ੍ਰਾਕ ਸਭ ਨਸ਼ਟ, ਜਿੰਨੇ ਪਹਿਲਾਂ ਹੋ ਚੁੱਕੇ ਨੇ, ਰਾਵਣ ਵਰਗੇ, ਕੁੰਭਕਰਨ ਵਰਗੇ, ਬਲੀ, ਸਭ ਨਸ਼ਟ ਹੋ ਗਏ। ਗਏ ਸਿਮਰਤ ਹੈ ਪਥਨਮੋ, ਕਹਿੰਦੇ ਉਹ ਸਿਮਰਤੀਆਂ ਦੇ ਰਸਤੇ ਵਿੱਚ ਚਲੇ ਗਏ। ਸਿਮਰਤੀ ਕਹਿੰਦੇ ਨੇ ਯਾਦ ਆਸਤ ਨੂੰ, ਯਾਨੀ ਸਿਰਫ ਅੱਜ ਉਹ ਲੋਕਾਂ ਦੀ ਯਾਦ ਵਿੱਚ ਕਿਤਾਬਾਂ ਵਿੱਚ ਲਿਖੇ ਪਏ ਨੇ। ਸਿਮਰਤੀਆਂ 'ਚ ਲਿਖਿਆ ਵੀ ਉਹ ਰਾਵਣ ਵੀ ਸੀ, ਕੁੰਭਕਰਨ ਸੀਗਾ, ਐਡਾ ਐਡਾ ਬਲੀ ਸੀ, ਹਾਂਜੀ, ਪਰ ਦਿਸਦੇ ਤਾਂ ਨਹੀਂ, ਹੁਣ ਉਹਨਾਂ ਦੀ ਕੋਈ ਨਿਸ਼ਾਨੀ ਵੀ ਨਹੀਂ ਦਿਸਦੀ, ਸਭ ਚਲੇ ਗਏ। ਸੋ ਇਸ ਕਰਕੇ ਪੁਰਾਣਾ ਸਿਮਰਤੀਆਂ ਵਿੱਚ ਉਹਨਾਂ ਦਾ ਮਾੜਾ ਮੋਟਾ ਜ਼ਿਕਰ ਮਿਲਦਾ, ਉਹ ਸਿਮਰਤੀਆਂ ਦੇ ਰਸਤੇ ਚਲੇ ਗਏ ਨੇ, ਭਾਵ ਹੁਣ ਉਹਨਾਂ ਦੀ ਹੋਂਦ ਇਸ ਦੁਨੀਆ ਤੇ ਨਹੀਂ ਹੈ। ਭੁਜੰਗ ਪ੍ਰਿਆਤ ਛੰਦ ਜਿਸੇ ਕਾਲ ਗਾਲੀ, ਕਹਿੰਦੇ ਜਿਸ ਕਾਲ ਨੇ ਗਾਲ ਛੱਡਿਆ ਹੈ, ਕਿਹਨਾਂ ਕਿਹਨਾਂ ਨੂੰ ਅੱਗੇ ਦੱਸਦੇ ਹਨ। ਸੋ ਭੂਪਾਲ ਮਾਲੇ, ਸੋ ਭੂਪਾਲ ਪਾਲੇ, ਕਹਿੰਦੇ ਰਾਜਿਆਂ ਦੀਆਂ ਪਾਲਾਂ ਦੀਆਂ ਪਾਲਾਂ, ਭੂਪਾਲ ਕਹਿੰਦੇ ਰਾਜੇ, ਤੇ ਪਾਲੇ ਕਹਿੰਦੇ ਨੇ ਪੰਕਤੀਆਂ, ਲੈਣਾ ਕਤਾਰਾਂ ਲੱਗੀਆਂ, ਰਾਜਿਆਂ ਦੀਆਂ ਲੈਣਾ ਦੀਆਂ ਲੈਣਾ ਲੱਗੀਆਂ, ਪੰਕਤੀਆਂ ਲੱਗੀਆਂ, ਹਾਂਜੀ। ਜਿਸੇ ਕਾਲ ਗਾਲੇ ਸੋ ਭੂਪਾਲ ਪਾਲੇ, ਜਿਸ ਕਾਲ ਨੇ ਬੜੇ ਬੜੇ ਰਾਜਿਆਂ ਦੀਆਂ ਪੰਕਤੀਆਂ ਗਾਲ ਦਿੱਤੀਆਂ ਹਨ। ਜਿਸੇ ਆਸ ਪਾਸੇ ਸੋ ਮੰਤਰੀ ਪ੍ਰਕਾਸ਼ੇ, ਜਿਨ੍ਹਾਂ ਰਾਜਿਆਂ ਦੇ ਆਸ ਪਾਸੇ ਬੜੇ ਬੜੇ ਮੰਤਰੀ ਪ੍ਰਕਾਸ਼ ਕਰਦੇ, ਜਿਸੇ ਆਸ ਪਾਸੇ ਜਿਨ੍ਹਾਂ ਦੇ ਆਸ ਪਾਸ ਆਲੇ ਦੁਆਲੇ, ਸੁਮੰਤਰੀ ਪ੍ਰਕਾਸ਼ੇ, ਬੜੇ ਬੜੇ ਸਿਆਣੇ ਮੰਤਰੀ ਉਹਨਾਂ ਨੂੰ ਗਿਆਨ ਦਿੰਦੇ ਸੀ, ਪ੍ਰਕਾਸ਼ ਕਰਦੇ ਸੀ, ਅਕਲ ਦਿੰਦੇ ਸੀ, ਹਾਂਜੀ। ਮਹਾਬੀਰ ਸਿਆਣੇ ਸਭੀ ਨੀਤ ਜਾਣੇ, ਮਹਾਬੀਰ ਸੀਗੇ, ਬੜੇ ਬੜੇ ਮਹਾਬੀਰ ਸਿਆਣੇ ਵਿਦਵਾਨ ਸੀਗੇ, ਸਭੀ ਨੀਤ ਜਾਣੇ, ਸਾਰਿਆਂ ਦੀ ਤਰ੍ਹਾਂ ਦੀ ਰਣਨੀਤੀ, ਧਰਮ ਨੀਤੀ, ਰਾਜਨੀਤੀ, ਵਿਦਿਆ ਨੀਤੀ, ਸਾਰੀਆਂ ਨੀਤਾਂ ਉਹ ਜਾਣਨ ਵਾਲੇ ਸੀਗੇ। ਪੁਨਾ ਚਾਹੇ ਆਗੇ ਸਭਾ ਰਾਜ ਲਾਗੇ, ਫਿਰ ਜਿਹਨਾਂ ਬਾਦਸ਼ਾਹਾਂ ਦੇ ਅੱਗੇ ਰਾਜਿਆਂ ਦੀ ਸਭਾ ਲੱਗਦੀ ਸੀ, ਐਡੇ ਐਡੇ ਵੱਡੇ ਰਾਜੇ ਸੀ, ਐਡੇ ਐਡੇ ਉਹਨਾਂ ਦੇ ਵਜ਼ੀਰ ਸੀ, ਐਡੇ ਐਡੇ ਉਹਨਾਂ ਦੇ ਅੱਗੋਂ ਨੌਕਰ ਸੀਗੇ, ਤੇ ਕਹਿੰਦੇ ਰਾਜਿਆਂ ਦੀ ਸਭਾ ਲੱਗਦੀ ਸੀ। ਕਹਿੰਦੇ ਵੀ ਜਿਹੜਾ ਦੁਰਯੋਧਨ ਸੀ ਨਾ, ਉਹਦਾ ਜਿਹੜਾ ਛਤਰ ਸੀ, ਉਹ ਰਾਜੇ ਫੜ ਕੇ ਖਲੋਂਦੇ ਸੀਗੇ। 12 ਜੋਜਨ ਛਤਰ ਚਲਿਆ ਥਾ, ਦੇਹੀ ਗਿਰਜਨ ਖਾਈ। ਐਡੇ ਐਡੇ ਵੱਡੇ ਰਾਜੇ ਹੋਏ ਨੇ ਜਿਨ੍ਹਾਂ ਨੂੰ ਦੂਜੇ ਰਾਜੇ ਵੀ ਨਮਸਕਾਰਾਂ ਕਰਦੇ ਸੀ। ਚਲੇ ਅਗਰ ਜਾ ਕੇ ਤਨੈ ਭੂਪ ਬਾਂਕੇ, ਚਲੇ ਅਗਰ ਜਾ ਕੇ, ਜਿਨ੍ਹਾਂ ਦੇ ਅੱਗੇ ਤੁਰਦੇ ਸੀਗੇ, ਤੰਨੇ ਭੂਪ ਬਾਂਕੇ, ਰਾਜਿਆਂ ਦੇ ਪੁੱਤਰ, ਚੜ੍ਹਦੀ ਜਵਾਨੀ ਦੇ ਗੱਭਰੂ ਨੌਜਵਾਨ, ਸੋਹਣੇ ਸੁਨੱਖੇ 6-6 ਫੁੱਟੇ ਜਵਾਨ, ਉਹਨਾਂ ਦੇ ਅੱਗੇ ਸ਼ਸਤਰ ਲੈ ਕੇ ਤੁਰਦੇ ਸੀ ਰਾਜਿਆਂ ਮਹਾਰਾਜਿਆਂ ਦੇ ਪੁੱਤਰ। ਯੁਵਾ ਦਰਵਿਆ ਮਾਤੇ ਸਹੰਕਾਰ ਜਾਤੇ, ਇੱਕ ਤਾਂ ਉਹਨਾਂ ਨੂੰ ਜਵਾਨੀ ਦੀ ਮਸਤੀ ਸੀ, ਇੱਕ ਦਰਬ ਪੈਸੇ ਦੀ ਮਸਤੀ ਸੀ। ਜੁਆ ਦਰਬ ਮਾਤੇ, ਯਾਨੀ ਪੈਸੇ ਦੀ ਤੇ ਜਵਾਨੀ ਦੀ ਹਉਮੈ ਵਿੱਚ ਮੱਤੇ ਹੋਏ ਸੀ, ਹੰਕਾਰ 'ਚ। ਸਹੰਕਾਰ ਜਾਤੇ, ਇਸ ਕਰਕੇ ਉਹ ਹੰਕਾਰ ਦੇ ਸਹਿਤ ਜਾਣੇ ਜਾਂਦੇ ਸੀ। ਉਹਨਾਂ ਨੂੰ ਹੰਕਾਰ ਕਾਹਦਾ ਸੀ? ਆਪਣੀ ਜਵਾਨੀ ਦਾ ਸੀ, ਆਪਣੇ ਪੈਸੇ ਦਾ ਸੀ, ਹਾਂਜੀ। ਹੋਤੇ ਚਾਰ ਨਗਰੇ ਸੋ ਭੋਗਾ ਸਮਗਰੇ, ਹੁਤੇ ਚਾਰਨ ਅਗਰੇ, ਇਹਦੇ ਦੋ ਪੰਕਤੀ ਦੇ ਦੋ ਅਰਥ ਬਣ ਸਕਦੇ ਆ। ਚਾਰਨ ਅਗਰੇ, ਚਾਰਨ ਕਹਿੰਦੇ ਨੇ ਜਿਹੜੇ ਭੱਟ ਹੁੰਦੇ ਨੇ, ਜਿਨ੍ਹਾਂ ਦੇ ਅੱਗੇ ਬੜੇ ਬੜੇ ਸੋਹਣੇ ਬੰਦੀ ਜਨ, ਉਪਮਾ ਕਰਨ ਵਾਲੇ ਭੱਟ ਕਵਿਤ ਗਾਉਂਦੇ ਸੀਗੇ।
ਚਾਰਨ ਮੈਨੇ ਉਚਾਰਨ ਕਰਨ ਵਾਲੇ, ਬੋਲਣ ਵਾਲੇ, ਜਿਹੜੇ ਛੰਦ ਉਚਾਰਨ ਕਰਦੇ ਨੇ ਅੱਗੇ ਸੀਗੇ। ਤੇ ਦੂਜਾ ਅਰਥ ਹੈ ਹੁਤੇ ਚਾਰ ਨਗਰੇ, ਚਾਰ ਮੈਨੇ ਸੁੰਦਰ ਨਗਰ, ਉਹਨਾਂ ਦੇ ਬੜੇ ਬੜੇ ਸੋਹਣੇ ਨਗਰ ਸੀਗੇ। ਜਿਵੇਂ ਉਹ ਮਹਿੰਜੋ ਦੜੋ ਦਾ ਉਹ ਥੇ ਪੱਟਿਆ, ਉਹਦੇ 'ਚ 5000 6000 ਸਾਲ ਪਹਿਲਾਂ ਦਾ ਸ਼ਹਿਰ ਤਬਾਹ ਹੋਇਆ। ਉਦੋਂ ਪਹਿਲਾਂ ਪਤਾ ਨਹੀਂ ਕਈ ਹਜ਼ਾਰਾਂ ਸਾਲਾਂ ਤੋਂ ਸ਼ਹਿਰ ਵੱਸਦਾ ਸੀ ਉੱਥੇ। ਹਾਂਜੀ, ਐਡੇ ਐਡੇ ਚਾਰ ਮੈਨੇ ਸੁੰਦਰ ਨਗਰ ਸਨ। ਸੁਭੋਗੰ ਸਮਗਰੇ, ਤੇ ਸਾਰਿਆਂ ਤਰ੍ਹਾਂ ਦੀ ਸਮੱਗਰੀ ਉਹਨਾਂ ਕੋਲ ਭੋਗਦੀ ਸੀ, ਖਾਣ ਨੂੰ, ਪੀਣ ਨੂੰ, ਆਉਣ ਜਾਣ ਨੂੰ, ਕਿਸੇ ਚੀਜ਼ ਦੀ ਕਮੀ ਨਹੀਂ ਸੀ ਉਹਨਾਂ ਦੇ ਕੋਲ। ਹਾਂਜੀ, ਤਹਾਂ ਰਾਜਧਾਨੀ ਹੁਤੀ ਸਕਰਸਾਨੀ, ਉਹਨਾਂ ਵੱਡੇ ਵੱਡੇ ਸੋਹਣੇ ਨਗਰਾਂ ਦੇ ਵਿੱਚ ਉਹਨਾਂ ਦੀਆਂ ਰਾਜਧਾਨੀਆਂ ਸੀਗੀਆਂ, ਯਾਨੀ ਸਾਰੇ ਮੁਲਕ ਦੀ ਕੈਪੀਟਲਸ ਜਿਹੜੇ ਸੀ ਬੜੇ ਬੜੇ ਵਧੀਆ ਬਣਾਏ ਹੋਏ ਸੀ। ਤੇ ਹੁਤੀ ਸ਼ਕਰਸਾਨੀ, ਇੰਦਰ ਦੀ ਰਾਜਧਾਨੀ ਵਰਗੀਆਂ ਉਹਨਾਂ ਦੀਆਂ ਰਾਜਧਾਨੀਆਂ ਸੀ। ਸ਼ਕਰ ਕਹਿੰਦੇ ਨੇ ਇੰਦਰ ਨੂੰ, ਇੰਦਰ ਵਰਗੀਆਂ ਰਾਜਧਾਨੀਆਂ ਸੀਗੀਆਂ ਉਹਦੀਆਂ। ਤ੍ਰਿਆ ਇੰਦ ਤੁੰਡੀ ਮਨੋ ਕਾਮ ਕੁੰਡੀ, ਇਸਤਰੀਆਂ ਜਿਹੜੀਆਂ ਸੀ ਉਹਨਾਂ ਦੀਆਂ ਘਰ ਵਾਲੀਆਂ ਤੀਆ, ਉਹ ਕਹਿੰਦੇ ਇੰਦ ਤੁੰਡੀ, ਚੰਦਰਮਾ ਦੇ ਮੂੰਹ ਵਾਲੀਆਂ, ਯਾਨੀ ਜਿਵੇਂ ਚੰਦਰਮਾ ਦਾ ਮੁਖੜਾ ਸੁੰਦਰ ਹੈ, ਚੰਨ ਵਰਗਾ ਉਹਨਾਂ ਦੇ ਚਿਹਰੇ ਤੇ ਪ੍ਰਕਾਸ਼ ਸੀਗਾ, ਸੁੰਦਰਤਾ ਸੀ। ਮਨੋ ਕਾਮ ਦੀਆਂ ਕੁੰਡੀਆਂ ਹੀ ਸਨ, ਜਿਵੇਂ ਕੁੰਡੀ ਪਾ ਕੇ ਮੱਛੀ ਨੂੰ ਫੜ ਲੈਂਦੇ ਨਾ, ਕਾਮ ਉਹਨਾਂ ਇਸਤਰੀਆਂ ਦੁਆਰਾ ਲੋਕਾਂ ਦੇ ਮਨ ਮੋਹ ਲੈਂਦਾ। ਹਾਂਜੀ, ਜਟੀ ਲਾਲ ਮੋਤੀ ਕਨੀ ਧਾਮ ਹੋਤੀ, ਜਟੀ ਜੜੀਆਂ ਰਹਿੰਦੀਆਂ ਸੀ ਲਾਲਾਂ ਨਾਲ, ਮੋਤੀਆਂ ਨਾਲ, ਪਲੱਦੀਆਂ ਰਹਿੰਦੀਆਂ ਸੀ ਹੀਰਿਆਂ ਨਾਲ, ਗਹਿਣਿਆਂ ਦੇ ਨਾਲ। ਤੇ ਘਨੀ ਧਾਮ ਹੋਤੀ, ਇੱਕ ਨਹੀਂ 500-500 400-400 ਰਾਣੀਆਂ ਹੁੰਦੀਆਂ ਸੀਗੀਆਂ ਰਾਜਿਆਂ ਕੋਲ। ਹਾਂਜੀ, ਸੁੰਦਰ ਤੋਂ ਸੁੰਦਰ। ਚਲੇ ਭਾਟ ਗਾਤੇ ਚਿਰੰਜੀਵ ਦਾਤੇ, ਅੱਗੇ ਅੱਗੇ ਭੱਟ ਜਾਂਦੇ ਸੀ ਗਾਉਂਦੇ ਹੋਏ ਉਹਨਾਂ ਦਾ ਜਸ। ਚਲੇ ਭਾਟ ਗਾਤੇ, ਗਾਉਂਦੇ ਹੋਏ ਭੱਟ ਅੱਗੇ ਅੱਗੇ ਜਾਂਦੇ ਸੀ ਸਵਈਏ ਪੜ੍ਹਦੇ ਹੋਏ। ਤੇ ਕੀ ਕਹਿੰਦੇ ਸੀ? ਚਿਰੰਜੀਵ ਦਾਤੇ, ਕਿ ਦਾਤੇ ਜਿਉਂਦੇ ਰਹਿਣ, ਕਿਉਂਕਿ ਉਹ ਭੱਟ ਜਿਹੜੇ ਸੀ ਉਹਨਾਂ ਰਾਜਿਆਂ ਕੋਲੋਂ ਰੋਟੀ ਰੋਜੀ ਲੈ ਕੇ ਖਾਂਦੇ ਸੀ। ਉਹਨਾਂ ਰਾਜਿਆਂ ਨੂੰ ਆਪਣਾ ਰੋਜੀ ਦਾਤਾ ਕਹਿੰਦੇ ਸੀ, ਵੀ ਇਹ ਸਾਨੂੰ ਰੋਟੀ ਦਿੰਦੇ ਨੇ। ਤੇ ਉਹ ਕਹਿੰਦੇ ਸੀ ਵੀ ਇਹ ਰਾਜੇ ਸਦਾ ਹੀ ਜਿਉਂਦੇ ਰਹਿਣ ਤੇ ਸਾਡਾ ਪੇਟ ਭਰਦੇ ਰਹਿਣ। ਹਾਂਜੀ, ਜਿਨੇ ਕੋਪ ਆਗੇ ਸਭੇ ਭੂਪ ਪਾਗੇ, ਜਿਨ੍ਹਾਂ ਕੋਪ ਆ ਕੇ, ਜਿਨ੍ਹਾਂ ਦੇ ਗੁੱਸੇ ਦੇ ਅੱਗੇ ਸਭੀ ਭੂਪ ਭਾਗੇ, ਵੱਡੇ ਵੱਡੇ ਰਾਜੇ ਭੱਜ ਜਾਂਦੇ ਸੀ। ਜਦੋਂ ਰਾਵਣ ਨੂੰ ਗੁੱਸਾ ਆਉਂਦਾ ਸੀ ਤੇ ਉਹਦੇ ਸਾਹਮਣੇ ਇੰਦਰ ਵੀ ਡਰ ਜਾਂਦਾ ਸੀਗਾ। ਇਸੇ ਗੱਲ ਦਾ ਨੂੰ ਹੰਕਾਰ ਸੀ ਵੀ ਮੇਰੇ ਸਾਹਮਣੇ ਕੋਈ ਅੜ ਨਹੀਂ ਸਕਦਾ, ਵੀ ਰਾਮਚੰਦਰ ਨੂੰ ਮੈਂ ਕੀ ਸਮਝਦਾ। ਪਰ ਜਦੋਂ ਸਮਾਂ ਆਇਆ ਤੇ 1 ਲੱਖ ਪੂਤ 1.25 ਲੱਖ ਰਾਤੀ, ਤੇ ਰਾਵਣ ਘਰ ਦੀਆ ਨਾ ਬਾਤੀ, ਕੁਛ ਵੀ ਨਹੀਂ ਰਿਹਾ। ਕਹਿੰਦੇ ਜਿਨ੍ਹਾਂ ਦੇ ਗੁੱਸੇ ਦੇ ਅੱਗੇ ਸਾਰੇ ਰਾਜੇ ਵੀ ਭੱਜ ਜਾਂਦੇ ਸੀ। ਸਿਰੇ ਛਤਰ ਸਾਜੇ ਦਿਸ਼ਾ ਚਾਰ ਭਾਜੇ, ਸਿਰੇ ਛਤਰ ਛਾਜੇ, ਕਹਿੰਦੇ ਜਿਨ੍ਹਾਂ ਦੇ ਸਿਰ ਤੇ ਛਤਰ ਝੁਲਦਾ ਸੀ ਤੇ ਦਿਸ਼ਾ ਚਾਰ ਭਰਾਜੇ, ਚਾਰੇ ਦਿਸ਼ਾ ਦੇ ਉੱਤਰ ਦੱਖਣ ਪੂਰਬ ਪੱਛਮ ਈਸਟ ਵੈਸਟ ਨਾਰਥ ਸਾਊਥ ਦੇ ਵਿੱਚ ਉਹਨਾਂ ਦੇ ਅੱਗੇ ਲੋਕ ਭੱਜਦੇ ਸੀ, ਜਾਂ ਉਹਨਾਂ ਦੇ ਅੱਗੇ ਦੌੜ ਦੌੜ ਕੇ ਉਹਨਾਂ ਦਾ ਹੁਕਮ ਮੰਨਦੇ ਸੀ। ਚਾਰੇ ਪਾਸੇ ਉਹਨਾਂ ਦਾ ਹੁਕਮ ਚੱਲਦਾ ਸੀ। ਕਰੀ ਹੈ ਸਵਾਰੀ, ਕਰੀ ਹੈ ਸਵਾਰੀ, ਕਰੀ ਹੈ ਸਵਾਰੀ, ਕਰੀ ਕਹਿੰਦੇ ਨੇ ਹਾਥੀ ਨੂੰ, ਹੈ ਕਹਿੰਦੇ ਨੇ ਘੋੜੇ ਨੂੰ। ਕਹਿੰਦੇ ਹਾਥੀ ਦੇ ਘੋੜੇ ਦੀ ਸਵਾਰੀ ਸੀ ਉਹਨਾਂ ਦੀ, ਤੇ ਕਰੀ ਹੈ ਸਵਾਰੀ, ਉਹਨਾਂ ਨੇ ਉਹਨਾਂ ਉੱਤੇ ਸਵਾਰੀ ਕੀਤੀ ਸੀ। ਕਰੀ ਮੈਨੇ ਹਾਥੀ, ਤੇ ਹੈ ਘੋੜਾ, ਤੇ ਸਵਾਰੀ ਉੱਤੇ ਸਵਾਰ ਹੋਣਾ। ਕਹਿੰਦੇ ਹਾਥੀਆਂ ਦੇ ਘੋੜਿਆਂ ਦੇ ਉੱਤੇ ਸਵਾਰੀ ਕਰਦੇ ਸੀ। ਤੇ ਫਿਰ ਦੂਜੀ ਪੰਕਤੀ ਦਾ ਕਰੀ ਹੈ ਸਵਾਰੀ, ਉਹਨਾਂ ਨੇ ਸਵਾਰੀ ਕੀਤੀ ਹੈ, ਹਾਥੀਆਂ ਉੱਤੇ ਸਵਾਰੀ ਕੀਤੀ ਹੈ। ਇਹਦੇ ਦੋ ਹੋਰ ਤਰ੍ਹਾਂ ਦੇ ਅਰਥ ਹੋ ਸਕਦੇ ਨੇ। ਕਰੀ ਮੈਨੇ ਕੀਤੀ, ਹੈ ਮੈਨੇ ਘੋੜਾ, ਸਵਾਰੀ ਕੀਤੀ ਹੈ ਘੋੜੇ ਤੇ ਸਵਾਰੀ। ਤੇ ਦੂਜਾ ਹੈ ਕਰੀ ਮੈਨੇ ਹਾਥੀ, ਹੈ ਮੈਨੇ ਹੈ, ਕਹਿੰਦੇ ਹਾਥੀ ਹੈ ਉਹਦੀ ਸਵਾਰੀ। ਇਹ ਕਈ ਤਰੀਕੇ ਨਾਲ ਅਰਥ ਲੱਗ ਸਕਦਾ ਇਹਦਾ। ਸੋ ਜਿਨ੍ਹਾਂ ਦੀ ਹਾਥੀ ਘੋੜਿਆਂ ਦੀ ਸਵਾਰੀ ਸੀ। ਹਾਂਜੀ, ਇਨੇ ਆਦ ਰਾਜੇ ਹੁਤੇ ਸਾ ਸਮਾਜੇ, ਇਨੇ ਆਦ ਇਤਿਆਦਿਕ ਇਸ ਪ੍ਰਕਾਰ ਦੇ ਰਾਜੇ ਸਨ। ਹੁਤੇ ਸਾ ਸਮਾਜੇ, ਸਾਰੇ ਸਮਾਜ ਦੇ ਨਾਲ, ਹਾਥੀ ਘੋੜੇ ਫੌਜਾਂ ਲਸ਼ਕਰ ਮਾਇਆ ਧੀਆਂ ਪੁੱਤਰ, ਕਿਸੇ ਚੀਜ਼ ਦੀ ਕਮੀ ਨਹੀਂ, ਸਾਰਾ ਸਮਾਜ ਉਹਨਾਂ ਕੋਲ ਸੀ। ਸਭੀ ਕਾਲ ਮਾਰੇ ਗਨੇ ਕੌਣ ਸਾਰੇ, ਪਰ ਸਾਰੇ ਕਾਲ ਨੇ ਮਾਰਤੇ, ਕੋਈ ਨਹੀਂ ਛੱਡਿਆ। ਕਾਲ ਨੇ ਰਾਜਾ ਮਹਾਰਾਜਾ ਬਾਦਸ਼ਾਹ ਚੱਕਰਵਰਤੀ ਕੋਈ ਨਹੀਂ ਛੱਡਿਆ। ਸਭੀ ਕਾਲ ਮਾਰੇ ਗਨੇ ਕੌਣ ਸਾਰੇ, ਕੌਣ ਗਿਣਤੀ ਕਰੇ ਉਹਨਾਂ ਦੀ ਜਿਹੜੇ ਮਰ ਚੁੱਕੇ ਹੈ। ਭਏ ਤੇ ਪੁਰਾਣੇ ਨਾ ਕੋ ਤਾਹੇ ਜਾਣੇ, ਭਏ ਤੇ ਪੁਰਾਣੇ, ਉਹ ਹੁਣ ਪੁਰਾਣੇ ਹੋ ਚੁੱਕੇ ਨੇ। ਨਾ ਕੋ ਤਾਹੇ ਜਾਣੇ, ਕੋਈ ਉਹਨਾਂ ਨੂੰ ਜਾਣਦਾ ਹੀ ਨਹੀਂ।
ਆਮ ਲੋਕਾਂ ਨੂੰ ਨਹੀਂ ਪਤਾ ਵੀ ਕਿਹੜਾ ਬਾਦਸ਼ਾਹ ਸੀ, ਕਿਹੜਾ ਰਾਜਾ ਸੀ। ਜਿਵੇਂ ਮਹਾਰਾਜ 10ਵੇਂ ਪਾਤਸ਼ਾਹ ਨੇ ਪੁੱਛਿਆ ਨਾ 52 ਕਵੀਆਂ ਨੂੰ, ਕਹਿੰਦੇ ਦੱਸੋ ਕਬੀਰ ਦੇ ਸਮੇਂ ਬਾਦਸ਼ਾਹ ਕਿਹੜਾ ਸੀ? ਉਹ ਸਾਰੇ ਸੋਚੀ ਪੈ ਗਏ। ਫਿਰ ਮਹਾਰਾਜ ਕਹਿੰਦੇ ਛੱਡੋ ਪਰ ਆਪਾਂ ਕੀ ਲੈਣਾ। ਉਹ ਕਹਿੰਦੇ ਮਹਾਰਾਜ ਜੀ ਵੀ ਜੇ ਛੱਡਣਾ ਸੀ ਤੇ ਫਿਰ ਪੁੱਛਿਆ ਕਿਉਂ? ਦੱਸੋ ਗੱਲ ਹੈ ਕੋਈ। ਮਹਾਰਾਜ ਕਹਿੰਦੇ ਅਸੀਂ ਤੁਹਾਨੂੰ ਇਹ ਸਮਝਾਉਣਾ ਚਾਹੁੰਦੇ ਹਾਂ ਵੀ ਤੁਸੀਂ ਇਤਿਹਾਸਕਾਰ ਹੋ, ਤੁਸੀਂ ਗ੍ਰੰਥਾਂ 'ਚ ਰਹਿੰਦੇ ਹੋ ਹਰ ਵੇਲੇ, ਤੇ ਤੁਹਾਨੂੰ ਨਹੀਂ ਪਤਾ ਵੀ 250 ਸਾਲ ਪਹਿਲਾਂ ਕਿਹੜਾ ਬਾਦਸ਼ਾਹ ਸੀ ਜੀ। ਤੇ ਆਮ ਲੋਕਾਂ ਨੂੰ ਤਾਂ ਕੀ ਪਤਾ ਹੋਣਾ, ਜਿਹੜੇ ਕਿਤਾਬਾਂ 'ਚ ਰਹਿੰਦੇ ਹੋ, ਪੜ੍ਹੇ ਲਿਖੇ ਹੋ, ਤੁਹਾਨੂੰ ਵੀ ਨਹੀਂ ਯਾਦ ਵੀ ਕਿਹੜੇ ਸਮੇਂ ਕਿਹੜਾ ਬਾਦਸ਼ਾਹ ਸੀ। ਤੇ ਹਾਲਾਂਕਿ ਉਸ ਬਾਦਸ਼ਾਹ ਦੀ ਉਸ ਵੇਲੇ ਤੂਤੀ ਬੋਲਦੀ ਸੀ, ਉਹਦੇ ਡੰਕੇ ਵੱਜਦੇ ਸੀ, ਉਹਦੇ ਖੁਤਬੇ ਮਸੀਤਾਂ 'ਚ ਪੜ੍ਹੇ ਜਾਂਦੇ ਸੀ, ਉਹਦਾ ਸਿੱਕਾ ਚੱਲਦਾ ਸੀ, ਬੱਚੇ ਬੱਚੇ ਨੂੰ ਉਹਦਾ ਉਸ ਵੇਲੇ ਨਾਂ ਪਤਾ ਸੀ। ਅੱਜ 200 ਸਾਲ 250 ਸਾਲ ਹੋਇਆ ਤੇ ਉਹ ਰਾਜਾ ਤੁਹਾਨੂੰ ਭੁੱਲ ਗਿਆ। ਪਰ ਕਬੀਰ 4 ਸਾਲ ਦੇ ਬੱਚੇ ਨੂੰ ਵੀ ਪੁੱਛੋ, ਉਹ ਵੀ ਕਹੇਗਾ ਵੀ ਭਗਤ ਸੀ। ਉਹਦੀ ਮਹਿਮਾ ਸਦਾ ਹੀ ਰਹਿਣੀ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ, ਤੇ ਹਜ਼ਾਰਾਂ ਸਾਲ ਬਾਅਦ ਵੀ ਰਹਿਣੀ ਹੈ। ਇਸ ਕਰਕੇ ਜਿਹੜੇ ਵੱਡੇ ਵੱਡੇ ਰਾਜੇ ਬਰਾਜੇ ਭਏ ਤੇ ਪੁਰਾਣੇ, ਨਾ ਕੋ ਤਾਏ ਜਾਣੇ, ਉਹਨਾਂ ਨੂੰ ਕੋਈ ਨਹੀਂ ਜਾਣਦਾ। ਹਾਂਜੀ, ਕਥਾ ਜੇ ਪੁਰਾਣੇ ਸੁਨੇ ਨਾਮ ਜਾਣੇ। ਕਹਿੰਦੇ ਜੇ ਕੋਈ ਪੁਰਾਣਾ ਦੀ ਕਥਾ ਸੁਣੇ, ਕਥਾ ਜੇ ਪੁਰਾਣੇ, ਕੋਈ ਭਾਗਵਤ ਪੁਰਾਣ, ਕੋਈ ਸਕੰਦ ਪੁਰਾਣ, ਕੋਈ ਮਾਰਕੰਡੇ ਪੁਰਾਣ, ਕੋਈ ਬ੍ਰਹਮ ਵੈਵਰਤ ਪੁਰਾਣ, ਕੋਈ ਬ੍ਰਹਮੰਡ ਪੁਰਾਣ, ਕੋਈ ਇਹਨਾਂ ਪੁਰਾਣਾਂ ਨੂੰ ਸੁਣੇ ਨਾਮ ਜਾਣੇ, ਉਹ ਤਾਂ ਜਾਣੇਗਾ ਵੀ ਕੋਈ ਰਾਜੇ ਮਹਾਰਾਜੇ ਹੋਏ ਨੇ। ਜਿਹਨੇ ਕੋਈ ਇਤਿਹਾਸ ਦੀ ਕਿਤਾਬ ਪੜ੍ਹਨੀ ਨਹੀਂ, ਸੁਣਨੀ ਨਹੀਂ, ਇਤਿਹਾਸ ਦੀ ਕਥਾ ਨਹੀਂ ਸੁਣਨੀ, ਉਹਨੂੰ ਕੀ ਪਤਾ ਲੱਗਣਾ ਵੀ ਰਾਜਾ ਕਿਹੜਾ ਹੋਇਆ ਤੇ ਕਿਹੜਾ ਨਹੀਂ ਹੋਇਆ। ਹਾਂਜੀ, ਪੁਨਾ ਤੀਨ ਲੋਕੀ ਸੁਨੀਓ ਵੇ ਲੋਕੀ। ਫਿਰ ਤਿੰਨਾਂ ਲੋਕਾਂ ਦੇ ਵਿੱਚ ਅਸੀਂ ਦੇਖਿਆ, ਪੁਨਾ ਤੀਨ ਲੋਕੀ, ਤ੍ਰਿਲੋਕੀ ਵੇਖੀ ਹੈ, ਸੁਣੀਓ ਵੇ ਲੋਕੀ ਵੇਖੀ ਵੀ ਹੈ ਤੇ ਸੁਣੀ ਵੀ ਹੈ ਅਨੁਭਵ ਕਰਕੇ। ਹਾਂਜੀ, ਨਿਮੇ ਖੇਕ ਮਾਹੀ ਗਿਲੇ ਕਾਲ ਤਾਹੀ। ਤਿੰਨਾਂ ਲੋਕਾਂ ਵਿੱਚ ਜੋ ਕੁਝ ਵੀ ਦੇਖਣ ਜਾ ਰਿਹਾ, ਇੱਕ ਨਿਮਖ ਏਕ ਮਾਹੀ, ਇੱਕ ਅੱਖ ਦੇ ਫਰਕ ਵਿੱਚ ਗਿਲੇ ਕਾਲ ਤਾਹੀ, ਕਾਲ ਉਹਨੂੰ ਨਿਗਲ ਜਾਂਦਾ। ਕਾਲ ਨੇ ਜੋ ਵੀ ਤੁਸੀਂ ਦੇਖ ਰਹੇ ਹੋ ਤਿੰਨਾਂ ਲੋਕਾਂ ਵਰਤਮਾਨ ਪ੍ਰੈਜ਼ੈਂਟ 'ਚ, ਉਹ ਵੀ ਨਹੀਂ ਰਹਿਣਾ, ਉਹ ਵੀ ਫਿਊਚਰ ਤੱਕ ਖਤਮ ਹੋ ਜਾਣਾ। ਹਾਂਜੀ, युवा वृद्ध छोरे कहूँ को ना छोरे। युवा मैंने जवान, बिरध मैंने बुढ़े, छोरे मैंने बच्चे। अब साढ़े हरियाणे की बोली है छोरा, छोरा कहते ने बच्चे नूं, छोटे नूं। 18-17 साल तक दे छोरा कहते ने, 16 साल तक, उदों फिर बाद गभरू जवान हो जाता, फिर जो 40-45 तो बाद 60 का बुढ़ा हो जाता, तो वो कहते युवा जवान, बिरध बुढ़े ते छोरे बच्चे छोकरे। कहूँ को ना छोरे, किते भी कोई छड्डे थोड़ा ने, पारे बूढ़े तरने भईया, सब हूँ जम ले जाई हरे, सारे नूं लई जांदा। नमो तास काले जिसे सर्ब गाले। नमो तास काले, उस काल नूं नमस्कार है, जिसे सर्ब गाले, जिन्हें सारे गाल दिते, सारे ही खत्म कर दिते। दोहरा हने हनत पुन हनै को, उत्तम मध्यम मंद। हने कहते पहला उन्हें बड़े मार दिते, हने मैंने पास्ट विच बहुत मारते, ते हनत प्रेजेंट च भी वो बहुतां नूं मार रहा है। पुन हनेगो फ्यूचर च अगे मारेगा, ਉਹਦਾ ਕੰਮ ਹੀ ਹੈ। उत्तम मध्यम मंद, उत्तम बंदे ਜਿਹੜੇ ਬਹੁਤ ਉੱਪਰ ਹਾਈ ਕੁਆਲਿਟੀ ਦੇ ਬੰਦੇ, ਰਾਜੇ ਮਹਾਰਾਜੇ, ਮੱਧਮ ਜਿਹੜੇ ਸਾਡੇ ਵਰਗੇ ਆਮ ਸਧਾਰਨ ਲੋਕ, ਮੰਦ ਜਿਹੜੇ ਵਿਚਾਰੇ ਬਹੁਤ ਹੀ ਲੋ ਕਲਾਸ ਦੇ ਲੋਕ ਨੇ, ਗਰੀਬ ਨੇ, ਜਾਂ ਕਹਿ ਲਓ ਵੀ ਉੱਤਮ ਚੰਗੇ ਧਾਰਮਿਕ ਬੰਦੇ, ਮੱਧਮ ਜਿਹੜੇ ਨਾਰਮਲ ਜਿਹੇ ਬੰਦੇ, ਤੇ ਮੰਦ ਮੈਨੇ ਜਿਹੜੇ ਬਹੁਤ ਪਾਪੀ ਬੰਦੇ। ਨਾ ਉਹਨੇ ਧਾਰਮਿਕ ਛੱਡਣੇ ਆ, ਨਾ ਸਮਾਨ ਜਿਹੇ ਬੰਦੇ ਛੱਡਣੇ ਆ, ਨਾ ਉਹਨੇ ਪਾਪੀ ਛੱਡਣੇ ਆ, ਨਾ ਉਹਨੇ ਰਾਜੇ ਛੱਡਣੇ ਆ, ਨਾ ਉਹਨੇ ਮੀਡੀਅਮ ਲੋਕ ਛੱਡਣੇ ਆ, ਤੇ ਨਾ ਹੀ ਉਹਨੇ ਲੋ ਕਲਾਸ ਬੰਦੇ ਛੱਡਣੇ ਆ। ਹਾਂਜੀ, ਗਨੇ ਬਰੋ ਪਰ ਸਰਬ ਕੋ, ਤਾਂਤੇ ਤਾਕੋ ਬੰਦ। ਸਾਰਿਆਂ ਨੂੰ ਬਰਾਬਰ ਹੀ ਗਿਣਦਾ, ਇਸ ਕਰਕੇ ਉਹਨੂੰ ਬੰਦਨਾ ਕਰਦੇ ਆ, ਨਮਸਕਾਰ ਕਰਦੇ ਆ, ਕਿਸੇ ਨੂੰ ਨਹੀਂ ਛੱਡਦਾ। ਇਹ ਨਹੀਂ ਵੀ ਕਿਸੇ ਦਾ ਲਿਹਾਜ਼ ਕਰਦਾ, ਕਾਲ ਸਭ ਨੂੰ ਲੈ ਜਾਂਦਾ। ਕਬਿਤ ਜਿਨੋ ਤਨੋ ਕਰ ਸਭ ਮਿਲੇ ਮਨੋ ਕਾਮ ਜਬ। ਹਾਂ, ਕਹਿੰਦੇ ਜਿਨ ਤਨੋ ਕਰ ਸਭ ਮਿਲੇ ਮਨੋ ਕਾਮ ਜਬ, ਜਿਸ ਧਨ ਕਰਕੇ ਸਾਰੀਆਂ ਮਨੋਕਾਮਨਾ ਪੂਰੀਆਂ ਹੋ ਜਾਂਦੀਆਂ, ਜੋ ਪੈਸੇ ਨਾਲ ਹੀ ਹੁੰਦੀਆਂ। ਪੈਸਾ ਹੋਵੇ ਕੋਲ ਤੇ ਬੰਦਾ ਜੋ ਮਰਜ਼ੀ ਖਰੀਦ ਲੈਂਦਾ, ਜਿਸ ਪੈਸੇ ਦੇ ਨਾਲ ਬੰਦੇ ਨੂੰ ਸਾਰੀਆਂ ਮਨੋਕਾਮਨਾ ਦੀ ਪੂਰਤੀ ਹੁੰਦੀ ਹੈ। ਤਾਕੋ ਭਇਓ ਸਿੱਧ ਤਬ ਕਹਾਂ ਲਾਭਮਾਨ ਹੈ। ਕਹਿੰਦੇ ਜੇ ਤੈਨੂੰ ਪੈਸਾ ਮਿਲ ਗਿਆ, ਤਾਂ ਕੋ ਭਇਓ ਸਿੱਧ,
ਤਬ ਕਹਾਂ ਲਾਭਮਾਨ ਹੈ। ਮੰਨ ਲਓ ਕਿਸੇ ਨੂੰ ਪੈਸਾ ਮਿਲ ਵੀ ਗਿਆ ਤੇ ਉਹਨੂੰ ਕੁਝ ਵੀ ਨਹੀਂ ਕਹਿੰਦੇ ਮਿਲਿਆ, ਕੀ ਮਿਲਿਆ ਉਹਨੂੰ, ਉਹਦਾ ਕੀ ਲਾਭ ਮੰਨੀ ਬੈਠਾ ਪੈਸੇ ਦਾ। ਹਾਂ, ਆਰਣ ਕੇ ਸਿਰ ਪਰ ਚਰਨ ਕੋ ਧਾਰ ਕਰ। ਦੂਜੀ ਗੱਲ ਹੈ ਵੀ ਦੁਸ਼ਮਣਾਂ ਨੂੰ ਤੂੰ ਜਿੱਤ ਲਿਆ, ਅਰਨ ਮੈਨੇ ਵੈਰੀ, ਕਿ ਸਿਰ ਪਰ ਚਰਨ ਕੋ ਧਾਰ ਕਰ, ਵੈਰੀਆਂ ਦੇ ਸਿਰ ਤੇ ਪੈਰ ਰੱਖ ਕੇ ਉਹਨਾਂ ਨੂੰ ਆਪਣੇ ਅਧੀਨ ਕਰਕੇ। ਹਾਂ, ਕਹਾਂ ਡਏ ਡਾਰ ਡਾਰ ਸੋਇਓ ਸਾਭਿਮਾਨ ਹੈ। ਕਹਾਂ ਭਇਓ ਡਾਰ ਡਰ, ਕਿਵੇਂ ਪਾਠ ਤੁਹਾਡੇ ਕੋਲ? ਕਹਾਂ ਭਏ ਡਾਰ ਡਾਰ ਸੋਇਓ ਸਾਭਿਮਾਨ ਹੈ। ਕਹਾਂ ਭਇਓ ਡਾਰ ਡਰ ਸੋਇਓ ਸਾਭਿਮਾਨ ਹੈ। ਕੀ ਹੋ ਗਿਆ ਜੇ ਤੂੰ ਆਪਣੇ ਵੈਰੀਆਂ ਨੂੰ ਆਪਣੀ ਜੁੱਤੀ ਥੱਲੇ ਰੱਖ ਲਿਆ ਤੇ ਉਹਨਾਂ ਦਾ ਡਰ ਲਾਹ ਕੇ ਬੜੇ ਨਿਸ਼ਚਿੰਤ ਹੋ ਕੇ ਸੁੱਤਾ ਹੈ, ਬੜੇ ਹੰਕਾਰ ਦੇ ਨਾਲ ਵੀ ਹੁਣ ਮੇਰਾ ਕੋਈ ਦੁਸ਼ਮਣ ਨਹੀਂ ਰਿਹਾ, ਮੈਂ ਆਪਣੇ ਦੁਸ਼ਮਣ ਸਾਰੇ ਕਾਬੂ ਕਰ ਲਏ। ਜਦੋਂ ਦੁਸ਼ਮਣਾਂ ਨੂੰ ਬੰਦਾ ਦਬਾ ਲੈਂਦਾ ਉਹਨੂੰ ਹੰਕਾਰ ਹੋ ਜਾਂਦਾ। ਹਾਂਜੀ, ਸੋ ਸਨੇਹੀ ਜਨੋ ਤਨੋ ਕਰ ਮਾਨ ਕੀਨੋ ਕਹਨੋ। ਕਹਿੰਦੇ ਤੀਜੀ ਗੱਲ ਹੈ ਵੀ ਜੋ ਸਨੇਹੀ ਜਨੋ ਧਨ ਕਰ ਮਾਨ ਕੀਨੋ ਕਹਨੋ, ਤੇਰੇ ਰਿਸ਼ਤੇਦਾਰਾਂ ਨੇ, ਭਾਈਆਂ ਨੇ, ਚਾਚੇ ਤਾਇਆਂ ਦੇ ਪੁੱਤਰਾਂ ਨੇ, ਤੇਰੀ ਬਰਾਦਰੀ ਦੇ ਲੋਕਾਂ ਨੇ ਤੈਨੂੰ ਪੈਸੇ ਕਰਕੇ ਮਾਣ ਦਿੱਤਾ ਹੋਵੇ ਵੀ ਤੂੰ ਸਾਡੇ 'ਚ ਪੈਸੇ ਵਾਲਾ ਹੈ। ਜਿਹੜਾ ਪਰਿਵਾਰ ਦੇ ਵਿੱਚ ਇੱਕ ਅੱਧਾ ਬੰਦਾ ਪੈਸੇ ਵਾਲਾ ਹੁੰਦਾ ਨਾ, ਉਹਨੂੰ ਸਾਰੇ ਫਿਰ ਸਰਦਾਰ ਜੀ, ਭਾਈ ਜੀ, ਵੀਰ ਜੀ ਇੱਦਾਂ ਬੁਲਾਉਣ ਲੱਗ ਜਾਂਦੇ ਆ। ਪਰਸੂ ਪਰਸਾ ਪਰਸਰਾਮ ਇਹ ਮਾਇਆ ਕੇ ਤੀਨ ਨਾਮ। ਜਦੋਂ ਕੁਛ ਨਹੀਂ ਹੁੰਦਾ ਨਾ ਬੰਦੇ ਕੋਲ ਤੇ ਉਹਨੂੰ ਕਹਿੰਦੇ ਪਰਸੂ ਓਏ ਪਰਸੂ ਰਿਹਾ। ਹਾਂਜੀ, ਜਦੋਂ ਥੋੜ੍ਹਾ ਜਿਹਾ ਵਿੱਚ ਮੀਡੀਅਮ ਜਿਹਾ ਹੋ ਜਾਂਦਾ ਫਿਰ ਪਰਸਾ ਜੀ। ਹਾਂਜੀ, ਤੇ ਜਦੋਂ ਪੈਸਾ ਹੀ ਪੈਸਾ ਹੋ ਜਾਂਦਾ ਫਿਰ ਕਹਿੰਦੇ ਪਰਸਰਾਮ ਜੀ। ਹਾਂਜੀ, ਇਹ ਮਾਇਆ ਦੇ ਤਿੰਨ ਨਾਂ ਨੇ, ਫਿਰ ਮਾਇਆ ਹੀ ਹੈ। ਕਹਿੰਦੇ ਨਾ ਹੋਵੇ ਤੇ ਪਰਸੂ, ਥੋੜ੍ਹੀ ਹੋਵੇ ਤੇ ਪਰਸਾ, ਬਹੁਤੀ ਹੋਵੇ ਤੇ ਪਰਸਰਾਮ। ਤਾਂ ਇਹ ਕਹਿੰਦੇ ਜੋ ਸਨੇਹੀ ਜਨੋ ਧਨ ਕਰ ਮਾਨ ਕੀਨੋ ਘਨੋ। ਜੇ ਮੰਨ ਲਓ ਲੋਕ ਪੈਸਾ ਵੀ ਜ਼ਿਆਦਾ ਇਸੇ ਕਰਕੇ ਕਮਾਉਂਦੇ ਆ, ਕੋਠੀ ਵਧੀਆ ਤਾਂ ਪਾਉਂਦੇ ਆ, ਗੱਡੀ ਤਾਂ ਵਧੀਆ ਲੈਂਦੇ ਆ ਵੀ ਪਿੰਡ 'ਚ ਸਾਰੇ ਸਰਦਾਰ ਜੀ ਕਹਿਣ, ਚੌਧਰ ਬਣੇ, ਮੇਰੀ ਟੌਰ ਬਣੇ। ਪੈਸਾ ਇਸ ਵਾਸਤੇ ਜ਼ਿਆਦਾਤਰ ਲੋਕ ਰੱਖਦੇ ਆ। ਕਹਿੰਦੇ ਕੀ ਹੋ ਗਿਆ ਜੇ ਤੈਨੂੰ ਆਪਣੇ ਪਰਿਵਾਰ ਦੇ ਜਾਂ ਪਿੰਡ ਦੇ ਲੋਕ ਜਾਂ ਤੇਰੇ ਬਰਾਦਰੀ ਦੇ ਲੋਕ ਤੇਰਾ ਮਾਣ ਕਰਦੇ ਆ ਤੇ ਹਾਂਜੀ, ਕਹਾਂ ਭਇਓ ਤਾਹੇ ਭਨੋ ਤੂੰ ਤੋਂ ਕੁਲ ਭਾਨ ਹੈ। ਫਿਰ ਕੀ ਹੋ ਚੱਲੇਗਾ ਜੇ ਤੈਨੂੰ ਉਹ ਕਹਿ ਦੇਣਗੇ ਵੀ ਤੂੰ ਸਾਡੀ ਕੁਲ ਦਾ ਸੂਰਜ ਹੈ। ਭਾਨ ਮੈਨੇ ਸੂਰਜ। ਕਹਾਂ ਭਇਓ ਤੋਹੇ ਭਨੋ, ਕੀ ਹੋਇਆ ਜੇ ਤੈਨੂੰ ਕਹਿਣਗੇ ਤੂੰ ਤੋਂ ਕੁਲ ਭਾਨ ਹੈ, ਵੀ ਤੂੰ ਸਾਡੀ ਕੁਲ ਦਾ ਸੂਰਜ ਹੈ। ਕਈ ਲੋਕ ਇਹ ਕਹਾਉਣ ਵਾਸਤੇ ਹੀ ਪੈਸਾ ਕਮਾਉਂਦੇ ਆ ਵੀ ਮੈਨੂੰ ਇੱਕ ਵਾਰੀ ਪਤਾ ਲੱਗ ਜਾਏ ਪਿੰਡ 'ਚ ਵੀ ਟੌਰ ਕੱਢੀ ਬੰਦੇ ਦੀ, ਹਾਂਜੀ ਬੜਾ ਪੈਸਾ, ਬੜੀਆਂ ਗੱਡੀਆਂ ਨੇ, ਤੇ ਕਹਿੰਦੇ ਫਿਰ ਕੀ ਹੋ ਜਾਏਗਾ। ਹਾਂ, ਕਲਪ ਪ੍ਰਜੰਤ ਭੋਗ ਭੋਗੇ ਜੰਤ ਕਹਾਂ ਹੋਗ। ਕਲਪ ਪ੍ਰਜੰਤ ਭੋਗ ਭੋਗੇ ਨਰ ਕਹਾਂ ਹੋਗ। ਹਾਂਜੀ, ਕਹਿੰਦੇ ਜੇ ਇੱਕ ਕਲਪ ਹੁੰਦਾ 4 ਯੁੱਗਾਂ ਦਾ। 7 ਕਲਯੁਗ ਦੀ ਉਮਰ ਹੈ 4,32,000, ਉਹਦੇ ਨਾਲੋਂ ਡਬਲ ਉਮਰ ਹੈ ਦੁਆਪਰ ਦੀ, ਟ੍ਰਿਪਲ ਹੈ ਤ੍ਰੇਤੇ ਦੀ, ਤੇ 4 ਗੁਣਾ ਹੈਗੀ ਸਤਯੁਗ ਦੀ। ਕੁੱਲ ਮਿਲਾ ਕੇ ਇਹਨਾਂ ਦੀ 43 ਲੱਖ ਸਾਲ ਉਮਰ ਬਣਦੀ ਇੱਕ ਕਲਪ ਦੀ। ਕਹਿੰਦੇ ਕੀ ਹੋਇਆ ਜੇ ਕਲਪ ਪਰਯੰਤ, ਕਈ ਕਲਪ ਮਹਾਕਲਪ ਵੀ ਹੁੰਦਾ ਇੱਕ, ਉਹ ਕਹਿੰਦੇ 100,000 ਯੁੱਗ ਦਾ ਹੁੰਦਾ। ਕਹਿੰਦੇ ਜੇ ਮੰਨ ਲਓ 1000 ਯੁੱਗ ਵੀ ਤੂੰ ਭੋਗ ਲੈ, ਕਲਪ ਪਰਯੰਤ ਭੋਗ ਭੋਗੇ ਨਰ ਕਹਾਂ ਹੋਗ, ਫਿਰ ਕੀ ਹੋ ਜਾਏਗਾ। ਜਾਤੇ ਅੰਤ ਨਾਸੀ ਲੋਕ ਸਨੇ ਕਾਰ ਕਾਨ ਹੈ। ਹਾਂ, ਕਿਉਂਕਿ ਅੰਤ ਨੂੰ ਤੇ ਸਣੇ ਕਾਰਕ ਅਵਤਾਰਾਂ ਦੇ, ਜਿਹੜੇ ਕਾਰਕ ਅਵਤਾਰ ਹੋਏ ਨੇ ਉਹਨਾਂ ਦੇ ਸਮੇਤ ਵੀ ਤੂੰ ਨਾਸ ਹੋ ਜਾਣਾ। ਕਾਰਕ ਅਵਤਾਰ ਕਹਿੰਦੇ ਜਿਹੜੇ ਦੱਤਾਤਰੇय ਵਰਗੇ ਹੋਏ ਨਾ, ਉਹ ਵੀ ਕਹਿੰਦੇ ਨਹੀਂ ਰਹੇ। ਹਾਂਜੀ, ਕੀ ਹੋਏਗਾ ਤੂੰ ਜੇ ਇੰਨਾ ਕੁਛ ਕਰ ਲਿਆ। ਯਾਨੀ 3 ਗੱਲਾਂ ਕਹੀਆਂ ਨੇ ਵੀ ਇੱਕ ਤਾਂ ਇਹ ਹੈ ਵੀ ਜੇ ਤੇ ਪੈਸੇ ਦੇ ਨਾਲ ਤੂੰ ਆਪਣੇ ਮਨ ਦੀਆਂ ਮਨੋਕਾਮਨਾ ਪੂਰੀਆਂ ਕਰ ਲਈਆਂ, ਆਪਣੇ ਸ਼ੌਂਕ ਪੂਰੇ ਕਰ ਲਏ, ਤਾਂ ਵੀ ਕੁਛ ਨਹੀਂ ਹੋਇਆ। ਕਹਿੰਦੇ ਜੇ ਤੂੰ ਆਪਣੇ ਦੁਸ਼ਮਣ ਦਬਾ ਲਏ, ਉਹਨਾਂ ਦੇ ਸਿਰ ਤੇ ਜੁੱਤੀ ਰੱਖ ਲਈ, ਪੈਰ ਰੱਖ ਲਿਆ ਤੇ ਬੜੇ ਨਿਸ਼ਚਿੰਤ ਹੋ ਕੇ ਤੂੰ ਸੌਂ ਗਿਆ, ਤਾਂ ਵੀ ਕੁਛ ਨਹੀਂ ਹੋਇਆ। ਜੇ ਤੈਨੂੰ ਪਰਿਵਾਰ ਦੇ ਜੀਆਂ ਨੇ, ਰਿਸ਼ਤੇਦਾਰਾਂ ਨੇ ਵਾਹ ਦਿੱਤੀ ਪੈਸੇ ਕਮਾਉਣ ਕਰਕੇ ਵੀ ਤੂੰ ਸਾਡੀ ਕੁਲ ਦਾ ਸੂਰਜ ਹੈ, ਤਾਂ ਵੀ ਕੁਛ ਨਹੀਂ ਹੋਇਆ। ਕਿਉਂਕਿ ਜੇ ਤੂੰ ਕਲਪ ਪਰਯੰਤ ਵੀ ਇੰਨੇ ਸੁੱਖ ਭੋਗ ਲਏਗਾ, ਫਿਰ ਵੀ ਅੰਤ ਨੂੰ ਕਾਲ ਦੇ ਘਰ ਜਾਣਾ ਹੀ ਜਾਣਾ, ਅੰਤ ਨੂੰ ਮਰਨਾ ਹੀ ਮਰਨਾ। ਤੇ ਜਾਂਤੇ ਅੰਤ ਨਾਸੀ ਲੋਕ ਸਨੇ ਕਾਰ ਕਾਨ, ਅੰਤ ਨੂੰ ਸਾਰੇ ਲੋਕਾਂ ਨੇ ਨਾਸ ਹੋ ਜਾਣਾ, ਖਤਮ ਹੋ ਜਾਣਾ। ਦੋਹਰਾ ਭਇਓ ਕਾਲ ਪਏ ਪ੍ਰਗਟ ਕਰ, ਤ੍ਰਿਤੀਆ ਇਤ ਸ੍ਰੀ ਆਪ। ਕਹਿੰਦੇ
ਇਹ ਜਿਹੜਾ ਤੀਜਾ ਅਧਿਆਇ ਹੈ ਨਾ, ਇਹ ਤਾਂ ਸ੍ਰੀ ਭਾਵ ਵਿੱਚ ਸੰਪੂਰਨ ਹੋ ਗਿਆ। ਇਥੇ ਕਾਲ ਦਾ ਡਰ ਦੱਸ ਕੇ, ਕਿਉਂਕਿ ਜਿਹੜਾ ਤੀਜਾ ਅਧਿਆਇ ਹੈ ਇਹਦੇ 'ਚ ਕਾਲ ਦਾ ਭੈ ਦੱਸਿਆ ਵੀ ਕਾਲ ਭਗਵਾਨ ਕਿੱਡੀ ਵੱਡੀ ਸ਼ਕਤੀ ਹੈ, ਕਾਲ ਨੇ ਕੁਝ ਵੀ ਨਹੀਂ ਛੱਡਣਾ। ਹਾਂਜੀ। ਵੈਰਾਗ ਆਦ ਸੁਤ ਹੈ ਜਨੇ ਹਨੇ ਸਰਬ ਭਏ ਤਾਪ। ਵੈਰਾਦਿਕ ਸੁਤ, ਵੈਰਾਗ ਆਦ ਸੋਤੇ ਜਨੇ। ਹਾਂ, ਵੈਰਾਗ ਆਦਿਕ ਸੋਤੇ ਜਨੇ ਹਨੇ ਸਰਬ ਭੈ ਤਾਪ। ਤੇ ਦੂਜਾ ਵੈਰਾਗ ਆਦਿਕ ਸੁਤ ਜਨੇ। ਹਾਂਜੀ, ਕਹਿੰਦੇ ਵੈਰਾਗ ਆਦਿਕ ਪੁੱਤਰ ਪੈਦਾ ਹੋਵੇਗਾ। ਹਾਂਜੀ, ਹਨੇ ਸਰਬ ਭੈ ਤਾਪ। ਇਸ ਗ੍ਰੰਥ ਨੂੰ ਪੜ੍ਹਨ ਨਾਲ, ਇਹ ਤੀਜਾ ਅਧਿਆਇ ਪੜ੍ਹਨ ਨਾਲ ਵੈਰਾਗ ਰੂਪੀ ਪੁੱਤਰ ਪੈਦਾ ਹੋਏਗਾ, ਜਿਹੜਾ ਸਾਰੇ ਭੈ ਡਰ ਨੂੰ ਦੂਰ ਕਰ ਦੇਗਾ। ਠੀਕ ਹੈ ਜੀ, ਵੈਰਾਗ ਪੁੱਤਰ ਬਣ ਕੇ ਕੰਮ ਆਉਂਦਾ। ਦੂਜਾ ਵੈਰਾਗ ਆਦਿਕ ਸੋਤੇ ਜਨੇ। ਕਹਿੰਦੇ ਵੈਰਾਗ ਆਦਿਕ ਉਸਨੇ ਪੈਦਾ ਕੀਤੇ, ਭਾਵ ਕਿਸ ਨੇ? ਤੀਜੇ ਅਧਿਆਏ ਨੇ। ਕਾਲ ਦਾ ਡਰ ਜਿਹੜਾ ਪੈਦਾ ਹੋਇਆ ਉਹਨੇ ਵੈਰਾਗ ਪੈਦਾ ਕਰ ਦਿੱਤਾ। ਸੋ ਇਸ ਤਰ੍ਹਾਂ ਤੀਜਾ ਅਧਿਆਇ ਸਮਾਪਤ ਹੋਇਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।